ਮਨੀਪੁਰ ਬਾਰੇ ਸਾਨੂੰ ਪਹਿਲਾ ਰਿਕਾਰਡ 33ਵੀਂ ਸਦੀ ਚ ਮਿਲਦਾ ਹੈ। ਇਹ ਅੱਧਾ ਇਤਿਹਾਸ ਤੇ ਅੱਧਾ ਮਿਥਿਹਾਸ ਹੈ ਕਿਉਂਕਿ ਇਸ ਦੇ ਕੋਈ ਪੱਕੇ ਸਬੂਤ ਨਹੀਂ ਮਿਲਦੇ। ਇਹ ਮਿਥਿਹਾਸ ਮਨੀਪੁਰ ਦੇ ਮੈਤੀ ਰਾਜ ਬਾਰੇ ਸਾਨੂੰ ਦੱਸਦਾ ਹੈ। ਉੱਥੋਂ ਦੇ ਪੂਰਵਜ ਪੁਖਾਵਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਜੋ ਅੱਧਾ ਡਰੈਗਨ ਤੇ ਅੱਧਾ ਸੱਪ ਸੀ। ਉੱਥੋਂ ਦੀਆਂ ਕਥਾਵਾਂ ਵਿੱਚ ਅੱਜ ਵੀ ਪ੍ਰਚਲਿਤ ਹੈ ਕਿ ਇੱਕ ਡਰੈਗਨ ਜਿਸ ਨੇ ਆਪਣੀ ਪੂਛ ਜਿਹੜੀ ਹੈਗੀ ਹੈ ਆਪਣੇ ਮੂੰਹ 'ਚ ਪਾਈ ਹੋਈ ਹੈ ਉਹ ਉਹਨਾਂ ਦਾ ਦੇਵਤਾ ਹੈ। ਉਸ ਦੇ ਸਾਰੇ ਹੀ ਜਿੰਨੇ ਰਾਜੇ ਮੈਤੀ ਰਾਜੇ ਹੋਏ ਸਾਰੇ ਉਹਨਾਂ ਦੇ ਪੂਰਵਜ ਉਹਦੀ ਪੂਜਾ ਕਰਦੇ ਸਨ। ਮੈਤੀ ਦਾ ਹਰ ਰਾਜਾ ਪੁਖੰਬਾ ਦਾ ਪੁਜਾਰੀ ਸੀ। ਇਹਨਾਂ ਦਾ ਧਰਮ ਪੋਲੀਥੀਸਟਿਕ ਸੀ, ਭਾਵ ਇਹ ਬਹੁਤੇ ਦੇਵਤਿਆਂ 'ਚ ਵਿਸ਼ਵਾਸ ਰੱਖਣ ਵਾਲੇ ਸਨ। ਪਰ ਉਸ ਸਮੇਂ ਇਹ ਹਿੰਦੂ ਨਹੀਂ ਸੀ। ਮੈਤੀ ਅੱਜ ਭਾਵੇਂ ਹਿੰਦੂ ਹੋ ਗਏ ਨੇ, ਉਸ ਸਮੇਂ ਇਹ ਆਪਣੇ ਆਪ ਨੂੰ ਹਿੰਦੂ ਕਲੇਮ ਨਹੀਂ ਸਨ ਕਰਦੇ। ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ। ਉਹ ਸਨਾ ਮਹਿਸਮ ਦੇ ਪੈਰੋਕਾਰ ਸਨ। ਅੱਜ ਦੇ ਸਮੇਂ 'ਚ ਇੱਥੇ ਸਿਰਫ ਮੈਤੀ ਨਹੀਂ ਵਸਦੇ ਬਲਕਿ ਹੋਰ ਕੌਮਾਂ ਦੇ ਲੋਕ ਵੀ ਇੱਥੇ ਰਹਿੰਦੇ ਨੇ। ਨਾਗਾ ਕੌਮ ਜਿਹੜੀ ਹੈਗੀ ਆ ਉਹ ਪਹਾੜਾਂ 'ਚ ਵਸਦੀ ਹੈ। ਨਾਗਾ ਸਮੁਦਾਇ ਦੇ ਛਾਪੇਮਾਰ ਹਮਲਿਆਂ ਤੋਂ ਇੱਥੇ ਦੇ ਇਤਿਹਾਸ 'ਚ ਵੱਡਾ ਮੋੜ ਜਿਹੜਾ ਅਸੀਂ ਦੇਖਦੇ ਹਾਂ। ਮੈਤੀ ਪਹਾੜੀਆਂ ਇਲਾਕਿਆਂ 'ਤੇ ਦਾਅਵਾ ਪੇਸ਼ ਕਰਦੇ ਨੇ, ਭਾਵ ਉਹ ਕਹਿੰਦੇ ਨੇ ਕਿ ਪਹਾੜੀਆਂ ਦਾ ਇਲਾਕਾ ਜਿਹੜਾ ਸਾਡਾ ਮੈਤੀਆਂ ਦਾ ਹੈ, ਪਰ ਨਾਗਾ ਇਸ ਤੇ ਅਸਹਿਮਤ ਹੁੰਦੇ ਨੇ। ਇਸ ਕਰਕੇ ਇਹਨਾਂ ਦੋਏ ਧੜਿਆਂ 'ਚ ਜਿਹੜਾ ਮੁਕਾਬਲਾ ਚੱਲਦਾ ਹੈ। ਮੈਤੀ ਤੇ ਨਾਗਾ 'ਚ ਇੱਥੇ ਸਿਰਫ ਦੋ ਕੌਮਾਂ ਇੱਥੇ ਹੈਗੀਆਂ ਨੇ। ਪਹਿਲਾਂ ਜਿਹੜੀ ਕੌਮਾਂ ਰਹਿੰਦੀਆਂ ਨੇ ਸਿਰਫ ਮੈਤੀ ਤੇ ਨਾਗਾਜ਼ ਰਹਿੰਦੇ ਨੇ। ਨਾਗਾਜ਼ ਹਮੇਸ਼ਾ ਆਪਣੇ ਆਪ ਨੂੰ ਆਤਮ ਨਿਰਭਰ ਕਬੀਲਾ ਹੋਣ ਦੀ ਗੱਲ ਕਹਿੰਦੇ ਨੇ ਤੇ ਦੋਹਾਂ 'ਚ ਸਮੱਸਿਆ ਸ਼ੁਰੂ ਹੁੰਦੀ ਹੈ। ਇਹ ਸਮੱਸਿਆ ਬਹੁਤ ਗੁੰਝਲਦਾਰ ਹੈ ਦੋਸਤੋ, ਜਿਸ ਦਾ ਅਸੀਂ ਹੌਲੀ ਹੌਲੀ ਅੱਗੇ ਖੁਲਾਸਾ ਕਰਾਂਗੇ। ਪਰ ਇਹ ਸਮੱਸਿਆ 18ਵੀਂ ਸਦੀ ਦੇ ਲਗਭਗ ਹੋਰ ਵੀ ਗੁੰਝਲਦਾਰ ਹੋ ਗਈ ਜਦੋਂ 1762 'ਚ ਅੰਗਰੇਜ਼ ਇੱਥੇ ਆਉਂਦੇ ਨੇ। ਜਦੋਂ ਮਨੀਪੁਰ 'ਚ 1762 'ਚ ਅੰਗਰੇਜ਼ ਇੱਥੇ ਆਪਣਾ ਵਪਾਰ ਸ਼ੁਰੂ ਕਰਦੇ ਨੇ। ਮਨੀਪੁਰ ਦਾ ਜਿਹੜਾ ਰਾਜਾ ਹੈ ਉਹ ਅੰਗਰੇਜ਼ਾਂ ਦੇ ਨਾਲ ਇੱਕ ਸੰਧੀ ਕਰਦਾ ਹੈ। ਇਸ ਪਿੱਛੇ ਉਸਦੇ ਦੋ ਉਦੇਸ਼ ਸੀ। ਪਹਿਲਾ ਬਰਮੀਅਨ ਨੇ ਉਹਦੇ ਤੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਉੱਤੋਂ ਨਾਗਾਜ਼ ਜਿਹੜੇ ਹਮਲਾ ਕਰ ਰਹੇ ਸੀ। ਬਰਮੀਆਂ ਤੇ ਨਾਗਾ ਦੇ ਵਿਚਕਾਰ ਜਿਹੜੀ ਮੈਤੀ ਕੌਮ ਦਾ ਜਿਹੜਾ ਰਾਜਾ ਸੀਗਾ ਉਹ ਫਸਿਆ ਹੋਇਆ ਸੀ। ਇਸ ਕਰਕੇ ਉਸਨੇ ਅੰਗਰੇਜ਼ਾਂ ਤੋਂ ਮਦਦ ਮੰਗੀ, ਇੱਕ ਸੰਧੀ ਕੀਤੀ। ਅੰਗਰੇਜ਼ਾਂ ਨੇ ਇੱਥੇ ਇੱਕ ਬੜੀ ਗੁੰਝਲ ਜਿਹੜੀ ਚਾਲ ਚੱਲੀ ਦੋਸਤੋ, ਕਿਉਂਕਿ ਅੰਗਰੇਜ਼ ਬੜੇ ਸ਼ਾਤਰ ਦਿਮਾਗ ਦੇ ਲੋਕ ਸੀ। ਕਿਸ ਤਰ੍ਹਾਂ ਦੀ ਲਕੀਰ ਉਹਨਾਂ ਨੇ ਅਣਦਿੱਖ ਲਕੀਰ ਜਿਹੜੀ ਸੀਗੀ ਇਹਨਾਂ ਦੋਏ ਕੌਮਾਂ ਦੇ ਵਿਚਕਾਰ ਖਿੱਚੀ। ਇਹਦੇ 'ਚ ਕੀ ਸੀਗਾ, ਅੰਗਰੇਜ਼ ਕਦੇ ਵੀ ਇਸ ਲੜਾਈ 'ਚ ਸ਼ਾਮਲ ਨਹੀਂ ਹੋਇਆ ਸਿੱਧੇ ਤੌਰ ਤੇ। ਰਾਜੇ ਨੂੰ ਲੱਗਦਾ ਸੀ ਕਿ ਅੰਗਰੇਜ਼ ਇੱਥੇ ਆਉਣਗੇ ਤੇ ਸ਼ਾਇਦ ਇਹਨਾਂ ਨਾਗਿਆਂ ਤੋਂ ਮੈਨੂੰ ਬਚਾ ਲੈਣਗੇ, ਜਾਂ ਬ੍ਰਹਮੀਆਂ ਦੇ ਅੱਜ ਕੱਲ੍ਹ ਜਿਸ ਨੂੰ ਮੀਆਂਮਾਰ ਕਿਹਾ ਜਾਂਦਾ ਉੱਥੋਂ ਉਹ ਹਮਲਾਵਰ ਸਾਰੇ ਆਉਂਦੇ ਸੀਗੇ। ਇਸ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਜਦੋਂ ਸੰਧੀ ਹੋਈ, ਅੰਗਰੇਜ਼ਾਂ ਨੇ ਕੀ ਕੀਤਾ ਕਿ ਉਹ ਉੱਥੇ ਕੁਕੀਜ਼ ਦੇ ਸਥਾਨ ਤੋਂ ਕੁਝ ਕੁਕੀਜ਼ ਕਮਿਊਨਿਟੀ ਦੇ ਜਿਹੜੇ ਕਬੀਲਿਆਂ ਤੋਂ ਇੱਥੇ ਪਹਾੜੀਆਂ ਦੇ ਹੇਠਲੇ ਇਲਾਕਿਆਂ 'ਚ ਕੁਕੀਜ਼ ਨੇ ਲਿਆ ਕੇ ਬਸਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਮਨੀਪੁਰ ਦੇ ਰਾਜੇ ਨੇ ਬਰਮਾ ਦੇ ਕੁਕੀਜ਼ ਦੀਆਂ ਪਹਾੜੀਆਂ ਤੇ ਕੁਝ ਕਬੀਲੇ ਦੁਬਾਰਾ ਬਸਾ ਦਿੱਤੇ। ਇਸ ਨੇ ਪ੍ਰਦੇਸ਼ ਦੀ ਧਰਾਤਲ ਨੂੰ ਸੰਪੂਰਨ ਕੀਤਾ ਜਿਸ 'ਚ ਮੈਤੀ, ਨਾਗਾ ਤੇ ਕੁਕੀਜ਼ ਬਸਦੇ ਨੇ। ਪਰ ਬ੍ਰਹਮੀਆਂ ਨੇ ਮਨੀਪੁਰ ਤੇ ਆਪਣੇ ਹਮਲੇ ਜਾਰੀ ਰੱਖੇ। 1819 ਤੋਂ ਲੈ ਕੇ 1825 ਤੱਕ ਕੁਕੀਜ਼ ਦਾ ਆਉਣਾ ਜਾਰੀ ਰਿਹਾ ਤੇ ਬ੍ਰਹਮਾ ਤੇ ਮਨੀਪੁਰ ਦੇ ਤੇ ਕਬਜ਼ਾ ਕਰ ਲਿਆ। ਬ੍ਰਹਮਾ ਦਾ ਕਬਜ਼ਾ ਹੋ ਗਿਆ ਸੀ ਦੋਸਤੋ। ਇਸ ਵਿਚਕਾਰ ਲਗਭਗ 7 ਸਾਲ ਕਾਬਜ਼ ਰਿਹਾ ਬ੍ਰਹਮਾ ਜਿਹੜਾ ਮਨੀਪੁਰ ਦੇ ਉੱਤੇ। 7 ਸਾਲਾਂ ਦੀ ਤਬਾਹੀ ਦੇ ਨਾਲ ਮਨੀਪੁਰ ਦੇ ਇਤਿਹਾਸ 'ਚ ਜਾਣਿਆ ਜਾਂਦਾ ਹੈ। ਤੇ ਪਹਿਲਾ ਬਰਮਾ ਐਗਲੋ ਯੁੱਧ ਤੋਂ ਬਾਅਦ ਇਹ ਕਬਜ਼ਾ ਖਤਮ ਹੋ ਗਿਆ। ਅੰਗਰੇਜ਼ਾਂ ਨੇ ਧੋਖੇ ਨਾਲ ਇਹ ਜਿੱਤ ਪ੍ਰਾਪਤ ਕੀਤੀ। ਇਸ 'ਚ ਇੱਕ ਚੰਗੀ ਖਬਰ ਸੀ ਤੇ ਇੱਕ ਬੁਰੀ ਖਬਰ। ਚੰਗੀ ਖਬਰ ਇਹ ਸੀ ਕਿ ਬ੍ਰਹਮੀਆਂ ਦਾ ਰਾਜ ਖਤਮ ਹੋ ਗਿਆ ਤੇ ਬੁਰੀ ਖਬਰ ਇਹ ਸੀ ਕਿ ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋ ਗਿਆ। ਮਨੀਪੁਰ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ ਆ ਗਿਆ। ਗੱਦੀ ਤੇ ਰਾਜਾ ਤਾਂ ਸੀ ਪਰ ਲੋਕ ਇਹ ਜਾਣਦੇ ਸੀ ਕਿ ਰਾਜੇ ਨੂੰ ਚਲਾ ਕੌਣ ਰਿਹਾ ਹੈ। ਲੋਕ ਇਹ ਚੰਗੀ ਤਰ੍ਹਾਂ ਸਮਝਦੇ ਸੀ ਕਿ ਅਸਲ 'ਚ ਰਾਜਾ ਕੌਣ ਹੈ। ਇਸੇ ਤਰ੍ਹਾਂ ਸਾਲ ਬੀਤਦੇ ਗਏ। 1891 'ਚ ਪੈਲੇਸ ਸਕੂਲ ਨਾਂ ਦੀ ਜਗ੍ਹਾ ਤੇ ਅੰਗਰੇਜ਼ਾਂ ਨੇ ਆਪਣੇ ਹੱਥ ਇੱਕ ਵਾਰ ਗੰਦੇ ਫੇਰ ਕੀਤੇ। ਮਨੀਪੁਰ ਯੁੱਧ ਸ਼ੁਰੂ ਹੋ ਗਿਆ। ਅੰਗਰੇਜ਼ਾਂ ਦੀ ਜਿੱਤ ਹੋਈ ਤੇ ਉਹਨਾਂ ਨੇ 5 ਸਾਲਾਂ ਦੇ ਚੂਰ ਚੰਨ ਨੂੰ ਰਾਜਾ ਬਣਾ ਦਿੱਤਾ। ਮਨੀਪੁਰ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਘਟਨਾ ਸੀਗੀ ਇਹ। ਅੰਗਰੇਜ਼ਾਂ ਨੇ ਨਾ ਦਿਖਾਈ ਦੇਣ ਵਾਲੀ ਇੱਕ ਲਕੀਰ ਜਿਹੜੀ ਇੱਥੇ ਘਾਟੀ 'ਚ ਖਿੱਚ ਦਿੱਤੀ ਸੀ। ਮੈਤੀ ਘਾਟੀ ਬਸਤੀਵਾਦੀ ਸਰਕਾਰ ਦੇ ਅਧੀਨ ਆ ਗਈ। ਮੈਤੀ ਘਾਟੀ ਤੋਂ ਦੂਰ ਵਾਲੀਆਂ ਪਹਾੜੀਆਂ
ਤੋਂ ਧਿਆਨ ਅੰਗਰੇਜ਼ਾਂ ਨੇ ਲਗਭਗ ਹਟਾ ਲਿਆ। ਇਸੇ ਸਮੇਂ ਕੁਕੀਜ਼ ਨੇ ਅੰਗਰੇਜ਼ਾਂ ਤੇ ਹਮਲੇ ਸ਼ੁਰੂ ਕੀਤੇ ਆਪਣੀ ਆਜ਼ਾਦੀ ਲਈ, ਪਰ ਅੰਗਰੇਜ਼ਾਂ ਨੇ ਉਹ ਕੀਤਾ ਜਿਹੜਾ ਉਹ ਕਰ ਸਕਦੇ ਸੀ। ਉਹਨਾਂ ਨੇ ਇਸ ਵਿਦਰੋਹ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। 1917 ਚ ਅੰਗਰੇਜ਼ਾਂ ਦੀਆਂ ਇਹ ਦਮਨਕਾਰੀ ਗਤੀਵਿਧੀਆਂ ਆਪਣੇ ਚਰਮ ਤੇ ਸਨ। ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, 5 ਸਾਲਾਂ ਦਾ ਉਹ ਬੰਦਾ ਹੁਣ ਮਹਾਰਾਜਾ ਬਣ ਚੁੱਕਾ ਸੀ। ਜਦੋਂ ਅੰਗਰੇਜ਼ਾਂ ਨੇ ਯੁੱਧ 'ਚ ਸਾਥ ਮੰਗਿਆ ਤਾਂ ਨਾਗਾ ਰਾਜੀ ਹੋ ਗਏ, ਭਾਵ ਨਾਗਾ ਕਬੀਲੇ ਨੇ ਇਹਨਾਂ ਅੰਗਰੇਜ਼ਾਂ ਦਾ ਸਾਥ ਦੇਣਾ ਕਬੂਲ ਕਰ ਲਿਆ, ਪਰ ਕੁਕੀਜ਼ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਅੰਗਰੇਜ਼ਾਂ ਖਿਲਾਫ ਮੋਰਚਾ ਜਿਹੜਾ ਹੈ ਉਹ ਖੋਲ੍ਹ ਦਿੱਤਾ। ਉਹ 2 ਸਾਲ ਤੱਕ ਲੜਦੇ ਰਹੇ ਤੇ ਅੰਤ ਬ੍ਰਿਟਿਸ਼ ਇੰਡੀਅਨ ਆਰਮੀ ਨੂੰ ਬੁਲਾਇਆ ਗਿਆ ਤੇ ਕੁਕੀਜ਼ ਨੂੰ ਜੰਗਲਾਂ ਵੱਲ ਧੱਕ ਦਿੱਤਾ ਗਿਆ। ਇਸ ਘਟਨਾ ਨੇ ਮਣੀਪੁਰ ਦੇ ਧਰਾਤਲ ਨੂੰ ਵੀ ਪ੍ਰਭਾਵਿਤ ਕੀਤਾ। ਕੁਕੀਜ਼ ਦੀ ਆਬਾਦੀ ਰਾਜ ਦੀ ਕੁੱਲ ਆਬਾਦੀ ਦਾ ਲਗਭਗ 28% ਸੀ, ਪਰ ਜਿਹੜੀਆਂ ਪਹਾੜੀਆਂ 'ਚ ਉਹ ਰਹਿੰਦੇ ਸੀ, ਰਾਜ ਦੇ ਖੇਤਰਫਲ ਦਾ ਲਗਭਗ 90% ਹਿੱਸਾ ਸੀ। ਮੈਤੀ ਆਬਾਦੀ ਜਿਹੜੀ ਲਗਭਗ ਆਬਾਦੀ ਦੇ ਪੱਖ ਤੋਂ 53% ਸੀ, ਪਰ ਜਿਹੜੀ ਘਾਟੀ 'ਚ ਉਹ ਰਹਿ ਰਹੇ ਸੀ, ਰਾਜ ਦੇ ਪੂਰੇ ਖੇਤਰਫਲ ਦਾ ਮਾਤਰ 10% ਹਿੱਸਾ ਸੀ। ਇਹ ਸਭ ਦੇ ਬਾਵਜੂਦ ਵੀ ਕੁਕੀਜ਼ ਨੂੰ ਮੈਤੀ ਲਈ ਰੱਖਿਅਕ ਵਜੋਂ ਵੇਖਿਆ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਵੀ ਕੁਕੀਜ਼ ਜਿਹੜੇ ਸੀ ਉਹ ਮੈਤੀਜ਼ ਲਈ ਸੁਰੱਖਿਆ ਕਵਚ ਦਾ ਕੰਮ ਕਰਦੇ ਸੀਗੇ, ਕਿਉਂਕਿ ਉਹ ਅੰਗਰੇਜ਼ਾਂ ਨੂੰ ਨਫ਼ਰਤ ਕਰਦੇ ਸੀਗੇ, ਮੈਤੀਜ਼ ਨੂੰ ਨਫ਼ਰਤ ਨਹੀਂ ਸੀ ਕਰਦੇ ਜਿਹੜੇ ਕੁਕੀਜ਼ ਸੀਗੇ। ਇਹ ਬਹੁਤ ਇੰਪੋਰਟੈਂਟ ਜਿਹੜੀ ਗੱਲ, ਮੈਤੀਜ਼ ਕੁਕੀਜ਼ ਜਿਹੜੇ ਸੀਗੇ ਉਹ ਮੈਤੀਜ਼ ਨੂੰ ਬਿਲਕੁਲ ਨਫ਼ਰਤ ਨਹੀਂ ਸੀ ਕਰਦੇ। ਇਹੀ ਕਾਰਨ ਸੀਗਾ ਕਿ ਰਾਜ ਘਰਾਣੇ ਦਾ ਜਿਹੜਾ ਆਖਰੀ ਰਾਜਾ ਸੀਗਾ, ਉਸ ਦਾ ਭਰਾ ਸੀ ਇੱਕ ਜਿਹਦਾ ਨਾਂ ਸੀ ਚੰਦਰ ਸਿੰਘ। ਜਦੋਂ ਵੀ ਉਹ ਦੌਰੇ ਤੇ ਜਾਂਦਾ ਸੀ ਤਾਂ 4 ਕੁਕੀਜ਼ ਸਿਪਾਹੀਆਂ ਨੂੰ ਆਪਣੇ ਨਾਲ ਜਿਹੜਾ ਉਹ ਰੱਖਦਾ ਸੀਗਾ। 1947 ਚ ਭਾਰਤ ਨੇ ਮਣੀਪੁਰ ਨੂੰ ਆਪਣੇ 'ਚ ਜਦੋਂ ਸ਼ਾਮਿਲ ਕਰ ਲਿਆ, ਆਜ਼ਾਦੀ ਨੇ ਹਾਲਤਾਂ ਨੂੰ ਕੁਝ ਬਿਹਤਰ ਕੀਤਾ, ਪਰ ਸਰਕਾਰਾਂ ਲਗਾਤਾਰ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ। 2 ਸਾਲਾਂ ਬਾਅਦ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਹੈਗਾ ਉਹ ਬਣਾ ਦਿੱਤਾ ਗਿਆ। ਇਸੇ ਸਮੇਂ ਦੌਰਾਨ ਨਾਗਾਜ਼ ਬਗਾਵਤ ਸ਼ੁਰੂ ਹੋ ਗਈ ਤੇ ਨਾਗਾਜ਼ ਨੇ ਆਪਣੇ ਲਈ ਇੱਕ ਵੱਖਰੇ ਦੇਸ਼ ਦੀ ਮੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਮਣੀਪੁਰ ਦੀ ਖੋਈ ਹੋਈ ਸ਼ਾਨ ਨੂੰ ਮੁੜ ਹਾਸਲ ਕਰਨ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ। ਇਹ ਹੁਣ ਮੈਤੀ 2 ਮੋਰਚਿਆਂ ਤੇ ਲੜ ਰਹੇ ਸੀ, ਇੱਕ ਭਾਰਤੀ ਸਰਕਾਰ ਖਿਲਾਫ ਤੇ ਦੂਜਾ ਨਾਗਾ ਵਿਦਰੋਹੀਆਂ ਖਿਲਾਫ। ਜਲਦੀ ਹੀ ਕੁਕੀਜ਼ ਨੇ ਆਪਣਾ ਇੱਕ ਵਿਦਰੋਹੀ ਜੱਥਾ ਖੜਾ ਕਰ ਲਿਆ ਜੋ ਆਪਣਾ ਵੱਖਰਾ ਕੁਕੀਜ਼ਸਤਾਨ ਬਣਾਉਣਾ ਚਾਹੁੰਦੇ ਸਨ, ਜੋ ਕੋਈ ਵੱਖਰਾ ਦੇਸ਼ ਨਹੀਂ ਸੀ ਚਾਹੁੰਦੇ। ਪਰ ਇਹ ਗੱਲ ਅਹਿਮੀਅਤ ਹੈ ਦੋਸਤੋ ਕਿ ਕੁਕੀਜ਼ ਕੋਈ ਵੱਖਰਾ ਦੇਸ਼ ਨਹੀਂ ਚਾਹੁੰਦੇ ਸੀ, ਬਲਕਿ ਭਾਰਤ ਦੇ ਵਿੱਚ ਹੀ ਇੱਕ ਵੱਖਰਾ ਰਾਜ ਜਿਹੜਾ ਉਹ ਚਾਹੁੰਦੇ ਸੀ। ਹੁਣ ਸਾਡੇ ਕੋਲ 3 ਕੌਮਾਂ ਨੇ, ਇੱਕ ਬਗਾਵਤੀ ਧੜੇ ਨੇ, 3 ਕੌਮਾਂ ਦੀ ਆਪਣੀ ਕੌਮ ਪ੍ਰਤੀ ਵਫਾਦਾਰੀ ਹੈ ਤੇ ਇੱਕ ਦੂਜੇ ਪ੍ਰਤੀ ਨਫ਼ਰਤ। ਇੱਥੋਂ ਤੱਕ ਕਿ 1993 ਚ ਨਾਗਾਜ਼ ਤੇ ਕੁਕੀਜ਼ ਕਬੀਲਿਆਂ ਵਿਚਕਾਰ ਇੱਕ ਵੱਡੀ ਹਿੰਸਾ ਹੋਈ, ਜਿਸ 'ਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਸਵਾਹ ਹੋ ਗਏ। ਇਹ ਬਗਾਵਤ ਦੇ ਵਿਰੋਧ ਵਿੱਚ ਬਗਾਵਤ ਸੀ। ਬਦਕਿਸਮਤੀ ਨਾਲ ਪੁਰਾਣੇ ਜ਼ਖਮ ਅੱਜ ਵੀ ਨਹੀਂ ਭਰੇ ਤੇ ਮੈਤੀ ਲੋਕ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਸੱਭਿਆਚਾਰ, ਭਾਸ਼ਾ ਖਤਰੇ 'ਚ ਹੈ। ਦੂਜਾ, ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਧਰਾਤਲ ਬਦਲ ਰਿਹਾ ਹੈ, ਕਿਉਂਕਿ ਮਿਆਂਮਾਰ ਤੋਂ ਗੈਰ ਕਾਨੂੰਨੀ ਕੁਕੀਜ਼ ਆ ਕੇ ਉੱਥੇ ਵਸ ਰਹੇ ਨੇ। ਮੈਥੋਡੀਟਸ ਦਾ ਕਹਿਣਾ ਹੈ ਕਿ ਉਹ ਜ਼ਬਤ ਹੋਏ ਮਹਿਸੂਸ ਕਰਦੇ ਨੇ ਤਾਂ ਉਹਨਾਂ ਦਾ ਹੱਲ ਕੀ ਹੈ। ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਸ਼ਡਿਊਲ ਟ੍ਰਾਈਬ 'ਚ ਘੋਸ਼ਿਤ ਕੀਤਾ ਜਾਵੇ। ਕੁਕੀਜ਼ ਪਹਿਲਾਂ ਹੀ ਸ਼ਡਿਊਲ ਟ੍ਰਾਈਬਸ ਨੇ ਉਹਨਾਂ ਦੇ ਇੱਕ ਸਮਾਨ ਜਿਹੜੀ ਪਹਿਚਾਣ ਜਿਹੜਾ ਚਾਹੁੰਦੇ ਨੇ। ਇਹ ਪਹਿਚਾਣ ਰਾਹੀਂ ਉਹਨਾਂ ਨੂੰ ਰਾਖਵਾ ਕਰਨ, ਨੌਕਰੀਆਂ ਅਤੇ ਸਿੱਖਿਆ ਮਿਲ ਸਕੇਗੀ। ਕੁਕੀਜ਼ ਦਾ ਕਹਿਣਾ ਹੈ ਕਿ ਮੈਤੀਜ਼ ਇਸ ਬਾਰੇ ਸੋਚਣ ਵੀ ਨਾ, ਕਿਉਂਕਿ ਉਹ ਤਾਂ ਪਹਿਲਾਂ ਹੀ ਰਾਜ ਸੱਤਾ ਤੇ ਕਾਬਜ਼ ਨੇ, ਫਿਰ ਉਹਨਾਂ ਨੂੰ ਰਾਖਵੇ ਕਰਨ ਦੀ ਲੋੜ ਕੀ ਹੈ। ਇਹ ਸਭ ਤੋਂ ਅਸੀਂ ਅੱਜ ਦੀ ਸਥਿਤੀ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਣੀਪੁਰ ਰਾਜ ਦੇ ਸੰਕਟ ਲਈ ਅਸੀਂ ਕਿਸੇ ਇੱਕ ਤੱਤ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਹ ਮੱਧਕਾਲੀਨ ਭੂ ਰਾਜਨੀਤੀ, ਬਸਤੀਵਾਦ, ਭੂਗੋਲਿਕ 3 ਤੱਤਾਂ ਦਾ ਬਰਾਬਰ ਹਿੱਸਾ ਹੈ। ਸਾਡੀਆਂ ਸਰਕਾਰਾਂ ਨਾਰਥ ਈਸਟ 'ਚ ਪੈਦਾ ਹੋ ਰਹੇ ਤਣਾਅ ਨੂੰ ਘਟਾਉਣ 'ਚ ਲਗਾਤਾਰ ਫੇਲ ਸਾਬਿਤ ਹੋਈਆਂ ਨੇ ਤੇ ਦੋਹਾਂ ਸਮੂਹਾਂ ਦੇ 'ਚ ਸੁਲ੍ਹਾ ਕਰਾਉਣ 'ਚ ਵੀ ਅਸਫਲ ਰਹੀਆਂ ਨੇ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਤਰ੍ਹਾਂ ਦੇ ਨਾਲ ਲੋਕਾਂ 'ਚ ਅਵਿਸ਼ਵਾਸ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਮੁੜ ਬਗਾਵਤ ਨੂੰ ਜਨਮ ਦਿੰਦੀ ਹੈ। ਹੁਣ ਕੀਤਾ ਕੀ ਜਾ ਸਕਦਾ ਹੈ? ਸਾਡਾ ਪਹਿਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਹਿੰਸਾ ਨੂੰ ਰੋਕਿਆ ਜਾਵੇ। ਦੂਜਾ, ਕੇਂਦਰ ਸਰਕਾਰ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਮੁੜ ਬਹਾਲ ਕੀਤਾ ਜਾਵੇ, ਮੁੜ ਹਾਸਲ ਕੀਤਾ ਜਾਵੇ, ਜਾਂ ਕੇਂਦਰ ਸਰਕਾਰ ਇਹ ਭਰੋਸਾ ਮੁੜ ਤੋਂ ਹਾਸਲ ਕਰੇ ਅਤੇ ਸਾਰੀ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾਵੇ, ਕਿਉਂਕਿ ਇਹ ਮੁੱਦਾ ਵੱਡੀ ਸਹਿਮਤੀ ਚਾਹੁੰਦਾ ਹੈ। ਇਸ ਤਰ੍ਹਾਂ ਦੇ ਮਸਲੇ ਲੋਕਤੰਤਰ ਅਤੇ ਏਕਤਾ ਨੂੰ ਪਰਖਦੇ ਨੇ।